ਅੱਜ ਝਬਾਲ ਵਿਖੇ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਸਨਮੁਖ ਇਹ ਸਾਹਮਣੇ ਜੋ ਗੇਟ ਹੈ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਇਹਦੇ ਸਾਹਮਣੇ ਕਰਕੇ ਇਹ ਪੜਾਅ ਹੈ ਜਿੱਥੇ ਇਸ ਜਗ੍ਹਾ ਤੇ ਜੋ ਸਰਦਾਰ ਪ੍ਰੇਮ ਸਿੰਘ ਜੀ ਭੈਰੋਂ ਸਾਹਿਬ ਹੋਏ ਨੇ, ਉਹਨਾਂ ਨੇ ਜਿੰਨੀ ਉਹਨਾਂ ਦੀ ਜਾਇਦਾਦ ਸੀ ਇੱਥੇ ਉਹਨਾਂ ਨੇ ਇਹ ਗੁਰੂ ਘਰ ਨੂੰ ਦਾਨ ਕੀਤੀ। ਔਰ ਇਹ ਗੱਲ ਵਰਣਨਯੋਗ ਹੈ ਕਿ ਜਦੋਂ ਇਹ ਗੁਰੂ का प्यारा ਇਹਦਾ ਕੋਈ ਧੀ ਪੁੱਤ ਨਹੀਂ ਸੀ, ਸਰਦਾਰ ਪ੍ਰੇਮ ਸਿੰਘ ਜੀ ਭੈਰੋਂ ਇਹ ਬੀੜ ਸਾਹਿਬ ਬਾਬਾ ਖੜਕ ਸਿੰਘ ਜੀ ਦੇ ਪਾਸ ਗਿਆ ਔਰ ਇਹਨਾਂ ਨੇ ਜਾ ਕੇ ਕਿਹਾ ਕਿ ਬਾਬਾ ਜੀ मेरी जमीन है ते ये जमीन मेरी लिखा लो। बाबा खड़क सिंह जी कहने लगे कि जा जाके दर्शन सिंह उन्हें को लिखा दे। वो कहने लगा मैं बाबा बुढ़ा साहब नूं देनी आ। ते बाबा खड़क सिंह जी फिर कहंदे आ भी जाके तैनूं कहा भी दर्शन सिंह को लिखा दे। वो फिर कहंदा भी नहीं मैं गुरु घर देनी आ। वो फिर चलदा चलदा सुरसिंह चलिया गया। जदों सुरसिंह गया ते बाबा जी कोले जाके जदों भजन कीता सचखंड वासी बाबा जी कहन लगे कई साल हो गए ने इस गल नूं, मेरा ख्याल है 35-36 साल हो गए होने। बाबा जी कहन लगे बुजुर्गो जाओ होर किते जाके दे दिओ किसे नूं। वो कहन लगे भी नहीं हुण मैं आया वां ते गुरु घर दी सेवा विच अरदास कर लो। कोल सी साधुनी कहन लगे भी बाबा जी ये कागज लई फिरदा है ते कागज ते वेख लईए। जदों ओहदे कागज वेखे ते सारे ओहदी मालकी है। उस वेले फिर उत्थे इहदी अरदास कीती गई, ये गुरु घर विच इहने थां दिता। उदों तो लैके इत्थे बाबा जी ने दल समेत एक ते ओहदी याद ताजी रहूगी, ओहदा अगे धी पुत कोई नहीं सी, उहने गुरु घर नूं दान दिता सी कि ओहदी याद ताजी हुंदी रवे, ओहदा दान कीता गुरु घर विच सेवा दा फलदा रवे। इत्थे बाबा जी ने निशान साहब लाया। अखंड पाठ साहब दल समेत इत्थे महाराज दी बाणी दे अखंड पाठ साहब होए, दल दी भी हाजरी। उदों तो लैके ये जोड़ मेला इत्थे बाबा जी ने आरंभ कीता। फिर इत्थे यह भी वचन सामने आया जदों गुरु हरगोबिंद साहब सच्चे पातशाह महाराज अपनी सपुत्री
ਬੀਬੀ ਵੀਰੋ ਜੀ ਦਾ ਵਿਆਹ ਕਾਰਜ ਸੰਭਾਲ ਰੱਖਿਆ ਸੀ, ਕਿਉਂਕਿ ਪਹਿਲੀ ਜੰਗ ਦੀ ਸਮਾਪਤੀ ਤੋਂ ਬਾਅਦ ਇੱਥੇ ਮਹਾਰਾਜ ਨੇ ਇਸ਼ਾਰਾ ਕਰ ਦਿੱਤਾ ਸੀ ਵੀ ਉੱਥੇ ਕਹਿ ਦਿਓ ਬਰਾਤ ਵਾਲਿਆਂ ਨੂੰ ਆਉਣ, ਤੇ ਸਤਿਗੁਰੂ ਜੀ ਜੰਗ ਦੀ ਸਮਾਪਤੀ ਕਰਕੇ ਇੱਥੇ ਆਣ ਕੇ ਝਬਾਲ ਜਦੋਂ ਬੀਬੀ ਵੀਰੋ ਜੀ ਦੇ ਵਿਆਹ ਕਾਰਜ ਦੇ, ਉਸ ਵੇਲੇ ਇਹ ਜਿਹੜਾ ਥਾਂ ਨਾ ਮਹਾਰਾਜ ਦੀ ਫੌਜ ਦਾ ਉਤਾਰਾ ਇੱਥੇ ਹੋਇਆ ਸੀ। ਕੋਈ ਬਹਾਨਾ ਬਣ ਜਾਂਦਾ ਹੈ ਕੋਈ ਵੀ ਇਹ ਜਗ੍ਹਾ ਕਦੋਂ ਕਿਸ ਤਰ੍ਹਾਂ ਗੁਰੂ ਘਰ ਵਿੱਚ ਆਉਣੀ ਸੀ, ਇਸ ਕਰਕੇ ਇਹ ਥਾਂ ਉਹਦਾ ਕੀਤਾ ਹੋਇਆ ਦਾਨ ਇਹ ਗੁਰੂ ਘਰ ਦਾ, ਇਹ ਕਿਸੇ ਪਰਿਵਾਰ ਦੀ ਵੰਡ ਦਾ ਨਹੀਂ ਹੈ। ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਜਿਹੜੇ ਕੋਈ ਇਸ ਗੱਲ ਨੂੰ ਸਮਝਦੇ ਆ ਉਹਨਾਂ ਨੂੰ ਪਤਾ ਹੈ ਇਹਦੇ ਵਿੱਚ ਕੋਈ ਲਾਲਚ ਕਰਕੇ ਜੇ ਕੋਈ ਆਖੇ ਵੀ ਮੇਰਾ ਹਿੱਸਾ ਬਣਦਾ, ਤੇ ਮੈਂ ਤਾਂ ਵਚਨ ਦੱਸਿਆ ਵੀ ਇਸ ਤਰ੍ਹਾਂ ਕਰਕੇ ਉਹਨੇ ਦਾਨ ਕਰਨ ਵਾਲੇ ਨੇ ਕੀਤਾ ਤੇ ਗੁਰੂ ਘਰ ਵਿੱਚ ਕੀਤਾ। ਅਰਦਾਸ ਗੁਰੂ ਘਰ ਵਿੱਚ ਉਹਦੀ ਦਾਨ ਦਿੱਤੇ ਦੀ ਹੋਈ। ਅੱਜ ਸਤਿਗੁਰੂ ਦੀ ਕਿਰਪਾ ਦੇ ਨਾਲ ਇਹ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਉਸ ਗੁਰੂ ਕੇ ਪਿਆਰੇ ਦੇ ਯਾਦ ਵਿੱਚ ਔਰ ਇਸ ਪਾਵਨ ਅਸਥਾਨ ਤੇ ਜਦੋਂ ਮਹਾਰਾਜ ਸਾਹਿਬ ਜੀ ਆਏ ਨੇ ਬੀਬੀ ਵੀਰੋ ਜੀ ਦੇ ਵਿਆਹ ਕਾਰਜ ਤੇ ਮਹਾਰਾਜ ਸਾਹਿਬ ਜੀ ਦੇ ਚਰਨ ਪਏ ਔਰ ਗੁਰੂ ਕੀ ਫੌਜ ਦਾ ਇੱਥੇ ਉਤਾਰਾ ਹੋਇਆ। ਕੋਈ ਬਹਾਨਾ ਬਣਦਾ ਹੈ, ਜਦੋਂ ਸਮਾਂ ਆਉਂਦਾ ਉਦੋਂ ਭਾਗ ਲੱਗ ਜਾਂਦੇ ਨੇ ਉਹਨਾਂ ਥਾਵਾਂ ਨੂੰ, ਔਰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਅੱਜ ਆਪ ਸਾਰੀਆਂ ਸੰਗਤਾਂ ਨਗਰ ਨਿਵਾਸੀ ਨਿੱਕੀ ਝਬਾਲ ਵੱਡੀ ਝਬਾਲ ਲਾਗੇ ਬੰਨੇ ਇਲਾਕੇ ਚ ਸੰਗਤਾਂ ਸਾਰੇ ਬੜੇ ਪਿਆਰ ਨਾਲ ਹਾਜ਼ਰੀ ਭਰਦੇ ਹੋ। ਮੌਸਮ ਭਾਵੇਂ ਅੱਜ ਕੋਈ ਗਿੱਲਾ ਬੱਤਾ ਹੋ ਗਿਆ ਪਰ ਇਹ ਵੀ ਜ਼ਰੂਰੀ ਹੈ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਾਰਿਸ਼ ਜਿਹੜੀ ਆ ਦਿਨ ਨੇ ਸਾਉਣ ਭਾਦਰੋਂ ਦੇ ਮਹੀਨੇ ਇਹ ਬਾਰਿਸ਼ ਦੇ ਮੰਨੇ ਜਾਂਦੇ ਹੈ ਔਰ ਫਸਲਵਾੜੀ ਝੋਨਿਆਂ ਨੂੰ ਵੀ ਜਲਦੀ ਲੋੜ ਹੈ। ਮੀਂਹ ਪਾਇਆ ਪਰਮੇਸ਼ਰ ਪਾਇਆ, ਜੀਵ ਜੰਤ ਸਭ ਸੁਖੀ ਵਸਾਇਆ। ਮਹਾਰਾਜ ਨੇ ਕਿਰਪਾ ਕੀਤੀ ਹੈ, ਮੌਸਮ ਠੰਡਾ ਹੋਇਆ ਹੈ, ਜਲਦੀ ਲੋੜ ਹੈ ਫਸਲਾਂ ਨੂੰ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੋਈ ਹੈ, ਮੀਂਹ ਪਿਆ ਹੈ। ਠੀਕ ਹੈ, ਕੋਈ ਸੁੱਕ ਪਕਾਰੀ ਦਾ ਮਹੱਲੇ ਵੀ ਨਿਕਲ ਜਾਣੇ ਸੀ, ਕੋਈ ਹੋਰ ਮੱਲ ਖਾੜੇ, ਪਰ ਇਹ ਵੀ ਮਹਾਰਾਜ ਦੇ ਹੁਕਮ ਵਿੱਚ ਹੀ ਹੈ। ਜਿੱਥੇ ਗਰਮੀ ਸੀ ਬਾਰਿਸ਼ ਦੀ ਲੋੜ ਸੀ, ਸੋ ਸਤਿਗੁਰੂ ਕਿਰਪਾ ਕਰਨ। ਆਪ ਸਾਰੀਆਂ ਸੰਗਤਾਂ ਬੜੇ ਪਿਆਰ ਨਾਲ ਦੋਵੇਂ ਟਾਈਮ ਕਥਾ ਕੀਰਤਨ ਦੀਵਾਨਾਂ ਦੀ ਹਾਜ਼ਰੀ ਭਰਦੇ ਰਹੇ ਹੋ। ਆਪ ਸਰਬੱਤ ਸੰਗਤਾਂ ਸੇਵਾ ਕਰਕੇ ਕੋਈ ਤਨ ਮਨ ਧਨ ਕਰਕੇ ਗੁਰੂ ਜਸ ਵਿੱਚ ਜੁੜ ਕੇ ਆਪਣੇ ਸਮੇਂ ਸਵਾਸਾਂ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਔਰ ਪਿਛਲੇ ਸਾਲ ਇੱਥੇ ਟੱਪਾ ਲੱਗਾ ਸੀ ਸੇਵਾ ਦੇ ਕਾਰਜ ਦਾ। ਮਹਾਰਾਜ ਸਾਹਿਬ ਕਿਰਪਾ ਕਰਨ, ਆਉਂਦੇ ਸਾਲ ਨੂੰ ਸੋਹਣਾ ਗੁਰਦੁਆਰਾ ਸਾਹਿਬ ਦਾ ਜਿਹੜਾ ਨਿਰਮਾਣ ਕਾਰਜ ਸਾਰਾ ਹੋ ਕੇ ਉਹਦੇ ਵਿੱਚ ਅਖੰਡ ਪਾਠ ਸਾਹਿਬ ਕਰੀਏ। ਆਪ ਅਸੀਸ ਬਖਸ਼ੋ। ਅਰਦਾਸ ਮਹਾਰਾਜ ਦੇ ਚਰਨਾਂ 'ਚ। ਔਰ ਸਾਰੀਆਂ ਸੰਗਤਾਂ ਬੜੇ ਪਿਆਰ ਦੇ ਨਾਲ, ਮੌਸਮ ਭਾਵੇਂ ਗਿੱਲਾ ਵੀ ਹੈ ਪਰ ਆਪ ਜਿੱਥੇ ਜਿੱਥੇ ਥਾਂ ਮਿਲਿਆ ਉੱਥੇ ਉੱਥੇ ਬੈਠ ਕੇ ਅੱਜ ਜੋੜ ਮੇਲੇ ਦੀ ਦਿਹਾੜੇ ਦੀ ਹਾਜ਼ਰੀ ਹੈ, ਗੁਰੂ ਜਸ ਵਿੱਚ ਜੁੜ ਰਹੇ ਹੋ। ਇਹ ਮਨੁੱਖਾ ਜਨਮ ਹੈ, ਜਿਵੇਂ ਕਬੀਰ ਸਾਹਿਬ ਜੀ ਵੀ ਕਹਿੰਦੇ ਨੇ, ਕਬੀਰ ਮਾਨਸ ਜਨਮ ਦੁਲੰਭ ਹੈ,
ਹੋਏ ਨ ਬਾਰੰਬਾਰ। ਜਿਉ ਬਨ ਫਲ ਅਕ ਪੋਏ, ਗ੍ਰਹਿ ਬਾਹਰ ਨ ਲਾਗੇ ਡਾਰ। ਇਹ ਫਿਰ ਜਿਵੇਂ ਫਲ ਪੱਕ ਕੇ ਟਾਹਣੀ ਨਾਲ ਡਿੱਗ ਪੈਂਦਾ ਹੈ ਨਾ, ਮੁੜ ਕੇ ਟਾਹਣੀ ਨਾਲ ਨਹੀਂ ਲੱਗਦਾ। ਇਹ ਜਿਹੜਾ ਜ਼ਿੰਦਗੀ ਦਾ ਸਮਾਂ ਹੈ ਨਾ, ਉਮਰ ਦਾ, ਇਹਦੇ ਨਾਲ ਲੱਗਾ ਹੋਇਆ, ਜਿਹੜਾ ਹੁਣ ਇਹਦੇ ਵਿੱਚ ਸਵਾਸ ਚੱਲਦੇ ਆ, ਤੇ ਜਦੋਂ ਸਮਾਂ ਪੂਰਾ ਹੋ ਜਾਂਦਾ ਨਾ, ਔਦ ਪੂਰੀ ਹੋ ਜਾਂਦੀ ਹੈ, ਮੁੜ ਕੇ ਨਹੀਂ ਫਿਰ ਇਹਨੂੰ ਨਾ ਉਹ ਬਾਲਪਣ ਲੱਭਦਾ ਹੈ, ਨਾ ਉਹ ਜਵਾਨੀ ਲੱਭਦੀ ਹੈ, ਤੇ ਨਾ ਉਹ ਬੁਢੇਪੇ ਵਾਲਾ ਸਮਾਂ ਰਹਿ ਜਾਂਦਾ। ਫਿਰ ਨਹੀਂ ਇਹ ਸਮਾਂ ਹੱਥ ਆਉਂਦਾ। ਇਹ ਸਮਾਂ ਮਾਨਸ ਜਨਮ ਦਾ, ਇਹਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਗੋਬਿੰਦ ਵਾਹਿਗੁਰੂ ਜੀ ਨੂੰ ਮਿਲਣ ਦੀ ਇਹ ਤੇਰੀ ਵਾਰੀ ਹੈ। ਜਿਨ੍ਹਾਂ ਸਵਾਸਾਂ ਦੇ ਨਾਲ ਨਾਮ ਜਪ ਲਵਾਂਗੇ, ਜਦੋਂ ਫਲ ਮਿਲਿਆ, ਉਹਦਾ ਐਡਾ ਵੱਡਾ ਫਲ ਮਿਲਣਾ ਵੀ ਮੁੜ ਕੇ ਪਛਤਾਵਾ ਰਹਿਣਾ। ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਗੁਰਮੁਖ ਸਿੰਘ ਸਾਹਿਬ ਜੀ, ਜਦੋਂ ਸੰਗਤ ਸੇਵਾ ਕਰਕੇ ਤਕਾਲਾਂ ਨੂੰ ਛੁੱਟੀ ਲੈਂਦੀ ਨਾ, ਤੇ ਮਹਾਂਪੁਰਖ ਭਜਨ ਕਰਿਆ ਕਰਦੇ। ਜਿਹੜੇ ਸੇਵਾ ਕਰਨਗੇ, ਨਾਮ ਜਪਣਗੇ, ਉਹ ਵੀ ਪਛਤਾਉਣਗੇ, ਜਿਹੜੇ ਨਹੀਂ ਕਰਨਗੇ ਉਹ ਵੀ ਪਛਤਾਉਣਗੇ। ਕਈਆਂ ਫਿਰ ਪਿਆਰਿਆਂ ਨੇ, ਜਗਿਆਸੂਆਂ ਨੇ ਬੇਨਤੀ ਕਰਨੀ ਵੀ ਮਹਾਂਪੁਰਖੋ, ਜਿਨ੍ਹਾਂ ਨੇ ਸੇਵਾ ਕੀਤੀ, ਨਾਮ ਜਪਿਆ, ਉਹ ਕਿਉਂ ਪਛਤਾਉਣਗੇ? ਜਿਨ੍ਹਾਂ ਨਾਮ ਨਾ ਜਪਿਆ, ਸੇਵਾ ਨਾ ਕੀਤੀ, ਉਹਨਾਂ ਤੇ ਪਛਤਾਉਣਾ ਹੀ ਆ। ਮਹਾਂਪੁਰਖ ਕਹਿਣ ਲੱਗੇ, ਬਈ ਜਦੋਂ ਸੇਵਾ ਦਾ, ਨਾਮ ਦਾ ਫਲ ਮਿਲਿਆ ਨਾ, ਬਹੁਤ ਵੱਡਾ ਫਲ ਮਿਲਣਾ, ਉਦੋਂ ਪਛਤਾਉਣਗੇ ਵੀ ਜੇ ਅਸੀਂ ਹੋਰ ਨਾਮ ਜਪ ਲੈਂਦੇ, ਹੋਰ ਸੇਵਾ ਕਰ ਲੈਂਦੇ, ਤੇ ਸਾਨੂੰ ਹੋਰ ਵੱਡਾ ਫਲ ਮਿਲ ਜਾਣਾ ਸੀ। ਉਦੋਂ ਪਛਤਾਉਣਗੇ। ਇਹ ਸਾਨੂੰ ਪਤਾ ਹੁੰਦਾ ਤੇ ਸਾਰੀ ਉਮਰ ਹੀ ਮਹਾਰਾਜ ਦੇ ਨਾਮ ਵਿੱਚ, ਸੇਵਾ ਵਿੱਚ ਲਾ ਦਿੰਦੇ, ਅਰੇ ਕਿੱਡਾ ਕੁ ਵੱਡਾ ਹੋਰ ਮੁਰਾਦਬਾ ਮਿਲ ਜਾਂਦਾ। ਤੇ ਜਿਨ੍ਹਾਂ ਨਹੀਂ ਜਪਿਆ, ਉਹਨਾਂ ਨੇ ਤੇ ਪਛਤਾਉਣਾ ਹੀ। ਜਦੋਂ ਜਮਾਂ ਨੇ ਗਲ ਵਿੱਚ ਫਾਹੀ ਪਾ ਲਈ ਤੇ ਨਰਕਾਂ ਨੂੰ ਲਿਜਾ ਕੇ ਉਹ ਕੁੰਭੀ ਨਰਕਾਂ ਵਿੱਚ ਪਾ ਦਿੱਤਾ, ਉਹਨਾਂ ਨੇ ਤੇ ਪਛਤਾਉਣਾ ਹੀ ਆ। ਇਹ ਕੋਈ ਚੰਗਾ ਕਰਮ ਨਾ ਕਰ ਸਕੇ। ਜੇ ਕੋਈ ਚੰਗਾ ਕੀਤਾ ਹੁੰਦਾ ਤੇ ਆਹ ਦੁੱਖ ਨਾ ਵੇਖਣਾ ਪੈਂਦਾ, ਉਹ ਉਦੋਂ ਪਛਤਾਉਣਗੇ। ਇਸ ਕਰਕੇ ਇਹ ਜਿਹੜਾ ਸਮਾਂ ਨਾ, ਇਹ ਬੜਾ ਸੁਨਹਿਰੀ ਹੈ, ਇਹ ਬੜਾ ਕੀਮਤੀ ਸਮਾਂ ਹੈ। ਜਿਨ੍ਹਾਂ ਨੇ ਤੇ ਅੰਮ੍ਰਿਤ ਛਕਿਆ, ਗੁਰੂ ਵਾਲੇ ਹੋਏ ਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜੇ ਆ, ਉਹ ਤੇ ਆਪਣੇ ਸਮੇਂ ਨੂੰ ਗੁਰੂ ਵਾਲਾ ਹੋ ਕੇ ਜੀਵਨ ਬਤੀਤ ਕਰ ਰਹੇ ਨੇ। ਤੇ ਜਿਹੜੇ ਗੁਰੂ ਦਾ ਬਚਨ ਮੰਨ ਕੇ ਗੁਰੂ ਦੇ ਜਸ ਵਿੱਚ ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨੇ, ਹਰ ਰੋਜ਼ ਸੇਵਾ ਕਰਨੀ, ਗੁਰੂ ਘਰ ਦੀ ਸੇਵਾ ਕਰਨੀ, ਆਪਣੀ ਕਿਰਤ ਵੀ ਕਰਦੇ ਆ ਗੁਰਮੁਖ ਪਿਆਰੇ, ਤੇ ਆਪਣੀ ਕਿਰਤ ਵਿੱਚੋਂ ਗੁਰੂ ਘਰ ਵੀ ਦਿੰਦੇ ਆ। ਕਿੰਨਾ ਵੱਡਾ ਉਹ ਲਾਭ ਪ੍ਰਾਪਤ ਹੁੰਦਾ ਉਹਨਾਂ ਨੂੰ। ਇਸ ਕਰਕੇ ਇਹ ਲਾਭ, ਇਹ ਮਾਨਸ ਜਨਮ ਵਿੱਚ ਹੀ ਲਿਆ ਜਾ ਸਕਦਾ ਹੈ। ਔੜੀ ਛੁਟਕੀ ਫਿਰ ਹਾਥ ਨਾ ਆਵਈ, ਅਹਿਲਾ ਜਨਮ ਗਵਾਇਆ। ਜੇ ਮਨੁੱਖਾ ਜਨਮ ਰੂਪੀ ਪੌੜੀ ਦਾ ਡੰਡਾ ਹੱਥੋਂ ਨਿਕਲ ਗਿਆ ਨਾ, ਨਗੁਰੇ ਰਹਿ ਕੇ, ਫਿਰ ਹੱਥ ਨਹੀਂ ਆਉਣਾ। ਇਸ ਕਰਕੇ ਗੁਰੂ ਕਾ ਸਿੱਖਾ, ਤੇਰੇ ਵਾਸਤੇ, ਆਪਣੇ ਸਾਰਿਆਂ ਦੇ ਵਾਸਤੇ ਗੁਰੂ ਕੇ ਜੋ ਸਿੱਖ ਹਾਂ ਆਪਾਂ, ਸਭ ਦੇ ਵਾਸਤੇ ਗੁਰੂ ਸਾਹਿਬ ਜੀ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਹ ਪਾਵਨ ਬਚਨ ਹੈ, ਹੁਕਮ ਹੈ। ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ,
सब सिखन का हुक्म है गुरु मान्यो ग्रंथ। गुरु ग्रंथ जी मान्यो प्रगट गुरां कीते है, जो प्रभ को मिलबो चाहे खोज शब्द में ले। सानू शब्द गुरु दे चरनां नाल जोड़िया महाराज ने। तो सतगुरु कृपा करन, जिन्हां ने भाई अमृत छकिया, गुरु की सिखी धारण की है, वो बहुत वडभागी ने। जिन्हां ने अजे अमृत नहीं छकिया, कईयां नूं ते चेता ही नहीं आउंदा भी अमृत छकना जरूरी है। जिन्ना चिर अमृत ना छकीए उन्ना चिर गुरु ग्रंथ साहब जी दा लड़ नहीं फड़िया जांदा, उन्ना चिर गुरु वाला नहीं हुंदा। कईयां नूं चेता ही नहीं आउंदा भी असीं अमृत छकना। कहण वाले कहिंदे आ अज प्रचार दी घाट कोई नहीं, पर सुनदा ही नहीं, जिन्हां दा मन ही नहीं सुनदा। फिर इहदे विच महाराज साहब सच्चे पातशाह जी भगत जी की रचना द्वारा कहते हैं, कहो कबीर तब ही नर जागे, जम का डंड मूंड में लागे। कबीर साहब कहते उदों मनुख जागदा जो जमा का डंडा इहदे सिर च पैंदा ना, फिर जागदा। ओहो ये की गल। फिर कहते चलो शताब दीवान बुलाया, हुण चल उथे धर्मराजा दे पास जाके हाजिर हो। फिर नहीं समा मिलता। इस करके ये समय दा लाहा मनुखा जन्म विच ही है। महाराज साहब सच्चे पातशाह जी ने ये सानू सौखा तरीका दस्या। कोई घरां नूं छड्ड के जंगलां च जाके रब नूं लभण दी लोड़ नहीं। महाराज कहंदे आ, जो बरे मंडे सोई पिंडे, जो खोजे सो पावे। घट घट में हरजू बसै, संतन कहो पुकार। उहां तो जाइए जो इहां ना होए। जंगल विच ते तां जाइए जे रब इत्थे ना होवे। वो तां सब थाई है, तू सबनी थाई जिथे हो जाई। जिमी जमान के विखै समस्त एक जोत है, न घाट है न बाढ़ है, न घाट बाढ़ होत है। वो तो सब थाई वर्त रहा, परिपूर्ण है। वो हाजरा हजूर जाहरा ज़हूर है, पर वो समर्थ गुरु पूरे गुरु द्वारा प्रगट हुंदा। इस करके जो भी माई भाई संगत विच आए हो, इथों लाह लैके जाओ। गल ते मन नूं समझाउण दी है ना। जदों मन समझ जावे भी ये गल जरूरी है, मैं गुरु दा लड़ फड़ना, गुरु ग्रंथ साहब जी दे चरनां नाल जुड़ना, अमृत छकिया, ते फिर गुरु की सिक्खी प्राप्त हुई। पंजां प्यारियां द्वारा अमृत छकना है खंडे बाटे दा, फिर गुरु ग्रंथ साहब जी दे चरनां नाल जुड़िया जांदा है। गुरु ग्रंथ साहब उहदे गुरु बनदे आ जिहड़ा अमृत छके पंजां प्यारियां। जिन्हें तुसीं संगत च बैठे हो झाती मार लो अपने अपने मन विच, जिन्हां नहीं अमृत छकिया छको। महाराज दा नाम विच, सेवा विच, सिमरन विच जुड़ के भले कारज चंगे काम सतगुरु महाराज साहब सच्चे पातशाह जी समत बख्शण। ये लाहा नाम दा, सेवा दा, सिमरन दा प्राप्त होवे। सतनाम वाहिगुरु, 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 सतनाम वाहिगुरु।
ਗੁਰੂ ਸਤਿਨਾਮ ਵਾਹਿਗੁਰੂ 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 ਵਾਹਿਗੁਰੂ ਸਤਿਨਾਮ ਵਾਹਿਗੁਰੂ। ਸਨਮਾਨਯੋਗ ਸੰਗਤ ਜੀ, ਇਹ ਨਾਮ ਨਾ ਵਿਸਰੇ ਸਾਨੂੰ। ਇਹ ਅਰਦਾਸ ਕਰੀਏ ਮਹਾਰਾਜ ਸਾਹਿਬ ਦੇ ਚਰਨਾਂ 'ਚ, ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਇਹ ਸਾਡੇ ਮਨ ਵਿੱਚ ਚਾਹ ਬਣਿਆ ਹੀ ਰਵੇ ਕਿ ਮਹਾਰਾਜ ਤੁਹਾਡੇ ਦਿਨ ਰਾਤ ਗੁਣ ਗਾਈਏ। ਇੱਕ ਸਵਾਸ ਵੀ ਸਾਡਾ ਨਾਮ ਤੋਂ ਖਾਲੀ ਨਾ ਚਲਾ ਜਾਏ। ਕਿਰਪਾ ਕਰੋ, ਇਹ ਬਖਸ਼ਿਸ਼ ਕਰੋ ਸਾਡੇ ਤੇ। ਸੱਚੇ ਪਾਤਸ਼ਾਹ ਕਿਰਪਾ ਕਰਨ। ਆਪ ਸਾਰੀਆਂ ਸੰਗਤਾਂ ਅੱਜ ਜਿੰਨੇ ਵੀ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਸਤਿਗੁਰੂ ਦੀ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੀ ਹੈ। ਗੁਰੂ ਕੀ ਹਜ਼ੂਰੀ ਹੈ ਔਰ ਸਤਿਗੁਰੂ ਦੇ ਦਰ ਤੋਂ ਜੋ ਵੀ ਕੋਈ ਮੰਗਦਾ ਮਹਾਰਾਜ ਦਿੰਦੇ ਆ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ। ਸਤਿਗੁਰੂ ਕਿਰਪਾ ਕਰਨ, ਮਿਹਰ ਕਰਨ। ਸਾਰੀਆਂ ਸੰਗਤਾਂ ਮਾਈ ਭਾਈ ਜਿੰਨੇ ਵੀ ਆਪ ਹਾਜ਼ਰ ਹੋਏ ਹੋ, ਆਪਣੇ ਮਨ ਵਿੱਚ ਪੱਕਾ ਨਿਯਮ ਬਣਾ ਲਈਏ ਕਿ ਗੁਰੂ ਦੇ ਬਚਨ ਤੇ ਗੁਰੂ ਸ਼ਬਦ ਨਾਲ ਜੁੜ ਕੇ ਗੁਰਬਾਣੀ ਪੜ੍ਹ ਸੁਣ ਕੇ ਲਾਹਾ ਪ੍ਰਾਪਤ ਕਰਨਾ। ਮਹਾਰਾਜ ਦੇ ਜਸ ਵਿੱਚ, ਕੀਰਤੀ ਵਿੱਚ ਮਹਾਰਾਜ ਦੇ ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਉਹਾਂ ਜੋ ਕਾਮ ਤੇਰੇ। ਕਥਾ ਕੀਰਤਨ ਸੁਖਦਾਈ ਇਹ ਲਾਹਾ ਹੈ। ਗੁਰੂ ਦਾ ਉਪਦੇਸ਼ ਤੁਹਾਡੇ ਸਾਡੇ ਹਿਰਦੇ ਵਸੇ, ਜੀਵਨ ਸਫਲਾ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਉਹ ਗੁਰੂ ਕੇ ਪਿਆਰੇ ਬਾਬਾ ਪ੍ਰੇਮ ਸਿੰਘ ਭੈਰੋ ਸਾਹਿਬ, ਜਿਨ੍ਹਾਂ ਨੇ ਇਹ ਦਾਨ ਗੁਰੂ ਘਰ ਵਿੱਚ ਕੀਤਾ, ਸਦਾ ਉਹਨਾਂ ਦੀ ਯਾਦ, ਇਹ ਸਦਾ ਉਹਨਾਂ ਦੀ ਯਾਦ ਰਹਿਣੀ ਹੈ। ਤੇ ਇਸ ਨਗਰ ਦੇ ਵੀ, ਉਹ ਵੀ ਯਾਦ ਆਉਣ ਵਾਲੇ ਸਮੇਂ ਵਿੱਚ ਸਾਰੇ ਯਾਦ ਰੱਖਣਗੇ ਉਹਨਾਂ ਨੂੰ ਸਾਲ ਦੇ ਸਾਲ, ਕਿਉਂਕਿ ਉਹਨਾਂ ਦੀ ਇਹ ਯਾਦ ਤਾਜ਼ਾ ਹੁੰਦੀ। ਨਗਰ ਨਿਵਾਸੀ ਵੀ ਸਾਡੇ ਨਗਰ ਵਿੱਚ ਕੋਈ ਬਜ਼ੁਰਗ ਹੋਇਆ ਹੈ ਜਿਹਨੇ ਗੁਰੂ ਘਰ ਵਿੱਚ ਦਾਨ ਕੀਤਾ, ਤੇ ਇਹ ਅਸਥਾਨ ਕੋਈ ਗੁਰੂ ਕਾ ਹੋਵੇਗਾ। ਗੁਰੂ ਮਹਾਰਾਜ ਦੇ ਕਿਤੇ ਚਰਨ ਪਏ, ਇੱਥੇ ਗੁਰੂ ਕੀ ਫੌਜ ਦੇ ਸਮੇਤ ਮਹਾਰਾਜ ਦੇ ਉਤਾਰਾ ਹੋਇਆ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਇੱਥੇ ਭਾਗ ਲੱਗੇ ਨੇ ਪਿਆਰਿਓ। ਤੇ ਉਸ ਗੁਰੂ ਘਰ ਦੇ ਸੇਵਾਦਾਰ ਦਾ ਵੀ, ਉਹਦਾ ਵੀ ਮਾਣ ਤਾਣ ਸਦਾ ਲਈ ਗੁਰੂ ਘਰ ਵਿੱਚ, ਉਹਨੂੰ ਵੀ ਇਹ ਵਡਿਆਈ ਜੇ ਜਸ ਮਹਾਰਾਜ ਨੇ ਜੋ ਬਖਸ਼ਿਆ ਹੈ ਗੁਰੂ ਘਰੋਂ ਮਿਲਦਾ ਹੀ ਰਹਿਣਾ ਹੈ ਉਹਨੂੰ। ਸਤਿਗੁਰੂ ਕਿਰਪਾ ਕਰਨ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਲੰਗਰ ਵਰਤ ਰਹੇ, ਪਿਆਰ ਸਹਿਤ ਲੰਗਰ ਪਾਣੀ ਛਕੋ। ਔਰ ਅੱਜ ਦਲ ਦਾ ਪੜਾ ਇੱਥੇ ਹੀ ਹੈ।
ठीक है मीह जेड़ा ना ये आपां नहीं कहना भी हुण मीह क्यों पैंदा ते मीह खलोवे नहीं ਇਹਦੀ ਲੋੜ ਆ ਤੇ ਮੀਂਹ ਨੂੰ ਢੱਕਣ ਨੂੰ ਨਹੀਂ ਆਪਾਂ ਕਹਿਣਾ ਕਿਉਂਕਿ ਮਹਾਰਾਜ ਦੇ ਨਾਰਾਜ਼ਗੀ ਹੁੰਦੀ ਇਸ ਗੱਲ ਦੀ ਜੇ ਕੋਈ ਆਖੇ ਭਈ ਇਹ ਮਹਾਰਾਜ ਦੀ ਰਜਾ ਵਿੱਚ ਪੈਂਦਾ ਮੀਂਹ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਮਹਾਰਾਜ ਨੇ ਮਿਹਰਾਂ ਕੀਤੀਆਂ ਨੇ ਚੜ੍ਹਦੀ ਕਲਾ ਸਤਿਗੁਰੂ ਬਖਸ਼ਣ ਸਾਰੀਆਂ ਸੰਗਤਾਂ ਨੂੰ ਜੋੜ ਮੇਲੇ ਦੀ ਬਹੁਤ ਬਹੁਤ ਵਧਾਈ ਹੈ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਮਾਈ ਭਾਈ ਸੰਗਤਾਂ ਨੇ ਪਰਸੋਂ ਤੋਂ ਲੈ ਕੇ ਆਪ ਗੁਰੂ ਜਸ ਵਿੱਚ ਜੁੜ ਰਹੇ ਹੋ ਸੇਵਾ ਕਰ ਰਹੇ ਹੋ ਮਹਾਰਾਜ ਸਾਹਿਬ ਚੜ੍ਹਦੀਆਂ ਕਲਾ ਬਖਸ਼ਣ ਅਰਦਾਸ ਸਾਰਿਆਂ ਦੀ ਮਹਾਰਾਜ ਦੇ ਚਰਨਾਂ 'ਚ ਹੋਈ ਹੈ ਹਜ਼ੂਰ ਸਾਹਿਬ ਤੋਂ ਵੀ ਸੰਗਤ ਆਈ ਸੀ ਸੁਰ ਸਿੰਘ ਉਹਨਾਂ ਨੂੰ ਵੀ ਪਤਾ ਲੱਗਾ ਵੀ ਦਲ ਇੱਥੇ ਆ ਫਿਰ ਇੱਥੇ ਵੀ ਹਾਜ਼ਰੀ ਲਾ ਕੇ ਗਏ ਸਾਰੀਆਂ ਸੰਗਤਾਂ ਮਾਈ ਭਾਈ ਗੁਰਮੁਖ ਪਿਆਰੇ ਰਾਗੀ ਢਾਡੀ ਵਿਸ਼ਰ ਸਿੰਘ ਜਿੰਨੇ ਵੀ ਆਏ ਸਭ ਨੂੰ ਜੀ ਆਇਆਂ ਨੂੰ ਬੜੇ ਪਿਆਰ ਦੇ ਨਾਲ ਲੰਗਰ ਪਾਣੀ ਜਲ ਪਾਣੀ ਛਕੋ ਤੇ ਸ਼ਾਮ ਦਾ ਵੀ ਦੀਵਾਨ ਸਜਣਾ ਠੀਕ ਆ ਭਾਵੇਂ ਚਲੋ ਜੇ ਬਹਿਣ ਨੂੰ ਥਾਂ ਗੱਲਾਂ ਬਾਤਾਂ ਤੇ ਸਪੀਕਰ ਨਾਲ ਤੇ ਸਾਰੇ ਸੁਣੀ ਜਾਂਦੇ ਨੇ ਜਿੱਥੇ ਜਿੱਥੇ ਵੀ ਕੋਈ ਮਹਾਰਾਜ ਸਾਹਿਬ ਕਿਰਪਾ ਕਰਨ ਝਾੜ ਸਾਹਿਬ ਵਾਲੇ ਬਾਬਾ ਜੀ ਵੀ ਆਉਣ ਡਏ ਆ ਬਾਬਾ ਜੀ ਬਾਬੇ ਹਰਦੇਵ ਸੋਹਣੀ ਉੱਥੇ ਅੱਜ ਬਾਬਿਆਂ ਦਾ ਬੜਾ ਵਾ ਝਾਮ ਕੇ ਉੱਥੇ ਸੇਵਾ ਸ਼ੁਰੂ ਹੋਈ ਸੀ ਤੇ ਫਿਰ ਯਾਦ ਕਰਵਾਇਆ ਬਾਬਾ ਜੀ ਝਬਾਲ ਵੀ ਆਇਓ ਆਏ ਨੇ ਜੀ ਆਇਆਂ ਨੂੰ ਭਾਵੇਂ ਚਿਕੜਿਆ ਮੀਂਹ ਦੇ ਨਾਲ ਹਰ ਪਿਆਰ ਹੈ ਗਲੀਏ ਚਿਕੜ ਦੂਰ ਕਰ ਨਾਲ ਪਿਆਰੇ ਨੇ ਹੋ ਚੱਲਾਂ ਤਾਂ ਪਿੱਛੇ ਕੰਬਲੀ ਰਹਾ ਤਾਂ ਟੁੱਟਿਆ ਨੇ ਹੋ ਪਿੱਛੇ ਸਜਾ ਕੰਬਲੀ ਵਾਲੋ ਵਰਸੇ में हो जाए मिला तो न सजना ਟੁੱਟੋ ਨਾ ਹੀ ਨੇ ਹੋ ਮਹਾਰਾਜ ਸਾਹਿਬ ਗੁਰੂ ਘਰ ਦੇ ਨਾਲ ਪਿਆਰ ਮਹਾਰਾਜ ਆਪਣਾ ਆਪਾਂ ਨੂੰ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪਦੇ ਚਰਨਾਂ ਨਾਲ ਆਪਾਂ ਨੂੰ ਜੋੜੀ ਰੱਖਣ ਤੇ ਮਹਾਰਾਜ ਦੇ ਦਰ ਦੀ ਹਾਜ਼ਰੀ ਸੇਵਾ ਸਤਿਗੁਰੂ ਬਖਸ਼ਣ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਪਿਆਰ ਸਹਿਤ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜਗਾਰਾ ਬੁਲਾਵੇ ਸੋ ਨਿਹਾਲ ਹੋ ਜਾਵੇ ਗੁਰ ਬਰੇ ਅਕਾਲ ਦੇਗ ਤੇਗ ਫਤਿਹ।